ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਤੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ ਸਾਖੀ ਦਾ ਦਰਸ਼ਨ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਿਸ਼ ਹੋਵੇ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਸੰਧਿਆ ਕੇ ਸਮੇਂ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਪਰ ਸੁਭਾਨ ਬਖਸ਼। ਹੁਣ ਤੱਕ ਅਸੀਂ ਇਹ ਬਚਨ ਸਾਖੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨਵਾਜ ਰਹੇ ਸਾਂ ਕਿ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਵੇਈਂ ਵਾਲਾ ਬਹੁਤ ਵੱਡਾ ਕੌਤਕ ਰਚਿਆ ਹੋਇਆ, ਜਿਸ ਦੀ ਵਿਆਖਿਆ ਅੱਜ ਤੱਕ ਸਾਡੇ ਗਿਆਨੀ ਨਹੀਂ ਕਰ ਪਾਏ ਤੇ ਸ਼ਾਇਦ ਨਾ ਕਰ ਪਾਣਗੇ, ਕਿਉਂਕਿ ਅਸੀਂ ਜਿਤਨੇ ਵੀ ਵਿਚਾਰ ਕਰਦੇ, ਕਥਾ ਕਰਦੇ ਸੁਣਦੇ ਹਾਂ, ਬੁੱਧੀ ਦੀ ਸੀਮਾਵਾਂ ਤੇ ਅੰਦਰ ਬੰਦ ਹਨ ਤੇ ਬੁੱਧੀ ਦੀਆਂ ਆਪਣੇ ਸੀਮਾਵਾਂ ਨੇ ਜੋ ਸਾਨੂੰ ਦੱਸਿਆ ਗਿਆ, ਜੋ ਵਟਕਿਆ, ਦੇਖਿਆ, ਸੁਣਿਆ, ਮਹਿਸੂਸ ਕੀਤਾ, ਸਾਡੀ ਬੁੱਧੀ ਵਿੱਚ ਉਹੀ ਹੁੰਦਾ ਜੋ ਸਾਡੇ ਤੋਂ ਵੱਡਿਆਂ ਦਾ ਅਨੁਭਵ ਹੁੰਦਾ ਹੈ। ਤੇ ਇੱਥੇ ਉਹ ਚੀਜ਼ ਹੈ ਜੋ ਬੁੱਧੀ ਦੀ ਮੁਤਾਜ ਨਹੀਂ। ਇੱਥੇ ਬਖਸ਼ਿਸ਼ ਹੈ, ਉਹ ਕਲਾਤਮਕ ਬਾਤ ਹੈ ਜੋ ਮਤ ਅਤੇ ਬੁੱਧ ਤੋਂ ਬਾਹਰ, ਜੋ ਅਬੰਮ ਦਾ ਖੇਡ ਹੈ। ਇਸੇ ਕਰਕੇ ਇਹਦੇ ਬਾਬਤ ਅਲੱਗ-ਅਲੱਗ ਤਰ੍ਹਾਂ ਦੇ ਨਾਲ ਵਿਆਖਿਆਵਾਂ ਕੀਤੀਆਂ ਗਈਆਂ। ਧਾਰਮਿਕ, ਦਾਰਸ਼ਨਿਕ ਅਤੇ ਜਿਹੜੇ ਨਾਸਤਿਕ ਤੇ ਆਸਤਿਕ ਦੋਨੋਂ ਪੱਧਰ ਤੇ ਲੋਕ ਨੂੰ ਆਪਣੇ ਆਪਣੇ ਢੰਗ ਨਾਲ ਇਹਦੀਆਂ ਵਿਆਖਿਆਵਾਂ ਕਰਦੇ ਰਹੇ। ਜਿਹੜੇ ਨਾਸਤਿਕ ਵਿਦਵਾਨ ਨੇ ਉਹ ਕਹਿਣ ਲੱਗ ਪਏ ਜੀ ਦਰਿਆ ਤੋਂ ਪਾਰ ਚਲੇ ਗਏ ਹੋਏ ਆ, ਕੁਝ ਦਿਨ ਬਾਅਦ ਵਿਚਾਰ ਕਰਕੇ ਫਿਰ ਆਏ। ਚਲੋ ਉਹਨਾਂ ਦਾ ਆਪਣਾ ਦਰਸ਼ਨ ਹੈ, ਉਹਨਾਂ ਦੀ ਆਪਣੀ ਪਕੜ ਹੈ ਕਿ ਦਰਿਆ ਤੋਂ ਪਾਰ ਕਿਹੜਾ, ਉੱਥੇ ਬਹੁਤ ਵੱਡਾ ਇਲਾਕਾ ਸੀ ਤੇ ਸੁਲਤਾਨਪੁਰ ਦੇ ਸਰੀਰ ਸੀ। ਜਿਹੜੇ ਆਸਤਕ ਨੇ ਉਹ ਆਪਣੇ ਤਰੀਕੇ ਨਾਲ ਕਹਿੰਦੇ ਨੇ। ਹੌਲੀ ਹੌਲੀ ਅਸੀਂ ਜਦੋਂ ਗੁਰਮਤਿ ਦਰਸ਼ਨ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਵਡੇਰਿਆਂ ਨੇ ਕੁਝ ਸਾਖੀਆਂ ਦੇ ਰਾਹੀਂ ਇਸ ਨੂੰ ਵਰਣਨ ਕਰਨ ਦਾ ਯਤਨ ਕੀਤਾ, ਪਰ ਦਾਅਵਾ ਕੋਈ ਨਹੀਂ ਕਰ ਸਕਦੇ ਅਸੀਂ। ਪ੍ਰਾਚੀਨ ਜਨਮ ਸਾਖੀਆਂ ਦੇ ਵਿੱਚ ਇਹਦਾ ਜ਼ਿਕਰ ਅਲੱਗ-ਅਲੱਗ ਤਰੀਕੇ ਦੇ ਨਾਲ ਹੈ। ਅੱਜ ਜਿੰਨੀ ਕੁ ਮਹੱਤਵ ਆਪ ਸੰਗਤ ਤੋਂ ਵੱਡਿਆਂ ਤੋਂ ਮਿਲਦੀ ਹੈ, ਇੱਕ ਉਸ ਦੀ ਸਮਝ ਜਿੱਤਣੀ ਆਉਂਦੀ ਹੈ। ਰੱਖਣਾ ਸਤਸੰਗਤ ਵਿੱਚ ਵਡੇਰੇ ਉਸਤਾਦਾਂ ਤੋਂ ਮਿਲਦਾ ਕੀ ਹੈ ਅਤੇ ਫਿਰ ਉਸ ਨੂੰ ਵਿਦਿਆਰਥੀ ਗ੍ਰਹਿਣ ਕਿਤਨਾ ਕਰ ਪਾਉਂਦਾ ਹੈ, ਇਹ ਅਲੱਗ-ਅਲੱਗ ਬਾਤ ਹੁੰਦੀ ਹੈ। ਇੱਕੇ ਵਿਦਿਆਲੇ ਦੇ ਵਿੱਚ ਪੜ੍ਹਨ ਵਾਲੇ, ਇੱਕੇ ਜਮਾਤ ਵਿੱਚ ਪੜ੍ਹਨ ਵਾਲੇ, ਇੱਕ ਬੱਚਾ 90 ਤੋਂ 95 100 ਅੰਕ ਲੈ ਆਉਂਦਾ ਹੈ, ਇੱਕ ਵਿਚਾਰਾ 10 20 15 ਤੇ ਅਟਕ ਜਾਂਦਾ ਹੈ। ਅਧਿਆਪਕ ਤੇ ਦੋਨਾਂ ਦਾ ਇੱਕੋ ਹੀ ਹੁੰਦਾ ਨਾ, ਮਕਾਨ ਵੀ ਜਮਾਤ ਦਾ ਇੱਕੋ ਹੀ ਹੁੰਦਾ ਹੈ। ਉਹ ਗੱਲ ਦੀ ਗ੍ਰਹਿਣ ਕਰਨ ਦੀ ਸ਼ਕਤੀ ਕਿਤਨੀ, ਹਿੰਮਤ ਕਿਤਨੀ ਹੈ, ਆਪ ਆਪਣੀ ਬੁੱਧ ਜਿਹੜੀ ਹੈ ਨਾ ਉਹ ਸਾਡੀ ਕਿਤਨੀ ਹੈ। ਯਤਨ ਕਰਦੇ ਹਾਂ ਅੱਜ ਉਸ ਰੂਹਾਨੀ ਕੌਤਕ ਦਾ ਸੰਕੇਤ ਜ਼ਿਕਰ ਹੈ, ਜਿਸ ਨੂੰ ਸਮਝ ਸਕੀਏ, ਮਾਣ ਸਕਾਂਗੇ ਕਿਤਨਾ ਇਸ ਦਰਸ਼ਨ ਵਿੱਚ। ਜਦੋਂ ਸੁਲਤਾਨਪੁਰ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੌਤਕ ਕੀਤਾ ਤੇ ਗਏ ਕਿੱਥੇ? ਕਿਉਂਕਿ ਸੇਵਾਦਾਰ ਨੇ ਤੇ ਇਹੀ ਦੇਖਿਆ ਕਿ ਮੇਰੇ ਸਾਹਮਣੇ
पानी च जल च उतरे ने, प्रवेश किया ते प्रवेश करके डुबकी लगाई। इत्थों तक तो सानू सेवादार की गवाही मिल गई, पर डुबकी लगाने तो अगे की होया कोई नहीं दसदा। साडे वडेरे दसते ने कि दरअसल असीं तुसीं तत्तां दे बंदिश विच हो गए, साडी सारी रचना पंजां तत्तां दे अधीन हो गई। समा पा के आ शरीर तत्तां दे ਬਣਤਰ ना बनता है तो मुड़ के तत्तां दे विच ही विलीन हो जाता है। पर साडी मजबूरी कह लिया जाए या साडी आम लोगों की कमजोरी कह लिया जाए, असीं इन्ने प्रबुद्ध नहीं हाँ कि ना तत्तां ते साडा अधिकार हो सके, असीं ना पंजां तत्तां दे गुलाम। जिहड़े गुरु नानक पातशाह का मंडल है जे सिमर सकी वो इन्हां पंजां तत्तां का मालक है, ये पंज तत्त उहदे अधीन ने। असीं तो गुरु नानक पातशाह सदा कोई स्वरूप देखते हैं भी माता त्रिपता के घर जन्म लिया, वड्डी हुई आप पुत कीता, लेकिन नानक जी का एक स्वरूप ये तो बहुत उच्चा हो गई है, जो कदे कदे अभ्यासियों को समझ आ सकता है। बंदगी करदे प्यार करदे जपदे शायद कितनी कितनी समझ आए, मैनूं नहीं पता। जिस तरह एक निक्का जिहा दर्शन असां सुनिया वेखिया होना, अगे समा आके सब विस्तार में पढ़ांगे। एक वक्त आया सी इस फिजान चों, इस धरती चों आवाज़ गूंजी सी कि नानक 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 दी धरती ही पुकार उठी सी, धरती तो ही आवाज़ गूंजी, सारा आला दुआला उर्दू वाले फिजा कहते आला दुआला सारा नेचर ही बोल उठा सी नानक 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 नानक, तो जगह है नानक मता। उतों की बनतर दे विच नानक दे नानक छा गए, मिट्टी ने कहा नानक 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 नानक। किते वैलियां दे विच जाके देखिए, पहाड़ां दीआं कंदरावां दे विच किते किन उत्थे सफर करदा वक्त होवे ते आवाज़ां गूंजदियां हैं। असीं इहनूं समझण की कोशिश करने, जल है, असीं पढ़दे हां जल ते उपज तरंग जो जल ही विखे समा है। साडी सब की रचना इसी तरह जिवें जल तो तरंग पैदा हो तो जल समा जाती। गुरु नानक पातशाह साहब जी इन्हां पंजां तत्तां के अधिकार रखते, ये पंज के पंज तत्त की बल्कि सारी कायनात की जिहड़ी प्रकृति अपन कुदरत कहते हैं, वनस्पति कहते हैं, सारी गुरु नानक पातशाह साहब जी की ताबेदार है। महाराज जी इत्थों तक माण सानू दिंदे ने कि साडे विचों जदों कोई जी जप करन लग पैंदा है तो जप करदਿਆਂ करदਿਆਂ दा शुद्ध चिंतन गोबिंद रमन निर्मल साधु संग वाली अवस्था बन जाती है, तो फिर उसनों भी एक मान मिल जाता है। आसा तुसां ने घरां च कई बार एक शब्द पढ़िया होना जिसनों असीं अरदास के रूप में पढ़ते होंगे, जान तू मेरा रल है तां क्या मुछंदा पढ़ते हैं, उहदे च तुक है कदे गौर ना बचना। जदों तुसीं मेरे वल हो जाते हो फिर की होंदा, 1,84 मेदनी सब सेव कर, 1,84 जीव जंतु सारे, मेदनी सारी धरती, ते धरती ते कौन है कौन पानी सारा धरती में संबंधित है। जल के राही गुरु नानक जी जल रूप हो गए। पारब्रह्म परमेश्वर जी का जो निज स्वरूप प्रकाशन सचखंड कहते हैं, जिसका जिक्र गुरु नानक पातशाह साहब जी ने कई बार किया, कदे समा लगे। गुरु नानक पातशाह साहब जी ने महले पहले दी बाणियां ठहर के पढ़ना, ਉਹਦੇ ਵਿੱਚ ਜ਼ਿਕਰ ਮਿਲੇਗਾ कि करता पुरख अकाल पुरख वाहिगुरु जी ने मैनू सद के किसी खास काम लाया, हूँ ढाडी विकार कार आया, हर पुछया ढाडी सद के किताब दवाया। ये बहुत सारी पौड़ियां मुझे मिलनगियां जिहड़ियां दसदियां ने कि कोई वड्डा दरबार है तो सोदर है, जिस सोदर के दुनिया के तमाम जी जंत देवी देवते कभी इस पौड़ी दियां तुकां तुक बाई तुक पढ़ने की कोशिश करना, इंज लगेगा जिवें आपां कदम दर कदम पौड़ियां चढ़ के आ जाइदा है ना, उत्थे पौड़ियां ते हर पौड़ी ते हर तुक ते बहुत लोग बैठे ने, वो अपने ढंग नाल कीर्तन करते पे और वो अगाह तुरे जाते हैं, कीर्तन करन राह नहीं रोकते, बस अपने मौज विच
ਅੱਜ ਜਿਸ ਦੇ ਦਰ ਤੇ ਬੈਠੇ ਉਹਦਾ ਕੀਰਤਨ ਕਰਦੇ ਨੇ, ਗਾਵਨ ਤੁਧ ਨੂੰ ਪਾਉਣ ਪਾਣੀ ਪੈ ਸੰਤ ਪੜ੍ਹਦੇ ਨਾ ਤਾਂ ਸਾਰੇ ਦਿਹਾੜੀ 'ਚ 2 ਵਾਰੀ ਪੜ੍ਹਦੇ ਆ। ਉਹ ਬਹੁਤ ਬਾਰੀਕ ਜਿਹਾ ਮੰਡਲ ਹੈ। ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਜਲ ਵਿੱਚ ਡੁਬਕੀ ਲਾਈ ਹੈ, ਜਲ ਦਾ ਰੂਪ ਹੋਏ ਨੇ, ਸਾਡੇ ਤੋਂ ਆਦਰਸ਼ ਹੋਏ ਨੇ ਤੇ ਜਾ ਪਹੁੰਚੇ ਨੇ ਪਰ ਕਿਉਂਕਿ ਉੱਥੇ ਸਮਾਂ ਨਹੀਂ ਹੈ। ਯਾਦ ਰੱਖਣਾ ਇਹਨਾਂ ਤੇ ਅਨੁਭਵ ਐਸਿਆਂ ਨੂੰ ਹੈ ਕਿ ਜੋ ਵਾਹਿਗੁਰੂ ਜੀ ਦੇ ਸਿਮਰਨ ਦਾ ਮੰਡਲ ਹੈ ਉਹਦੇ ਵਿੱਚ ਵੀ ਸਮਾਂ ਨਹੀਂ ਹੈ। ਸਮਾਂ ਸਾਡੇ ਤੁਹਾਡੇ ਲਈ ਹੈ। ਉੱਥੇ ਸਮੇਂ ਦੀ ਕੋਈ ਚਿੰਤਾ ਨਹੀਂ। ਉੱਥੇ ਇੱਕ ਪਲ ਵਿੱਚ ਸਭ ਕੁਝ ਹੋ ਜਾਂਦਾ ਹੈ। ਉਸ ਦੇ ਵਿੱਚ ਹੁੰਦਿਆਂ ਹੀ ਪਹੁੰਚੇ ਕਿੱਥੇ ਨੇ? ਪਹੁੰਚ ਕੇ ਕਰਤਾ ਪੁਰਖ ਦੇ ਦੇਸ਼। ਜਨਮ ਸਾਖੀ ਵਾਲਿਆਂ ਨੇ ਜੋ ਪੁਰਾਤਨ ਜਨਮ ਸਾਖੀਆਂ ਨੇ, ਜੋ ਭਾਈ ਵਾਲਾ ਜੀ ਦੀ ਪੁਰਾਤਨ ਜਨਮ ਸਾਖੀ ਤੋਂ ਬਦਲ ਕੇ ਹੌਲੀ ਸਾਡੇ ਕੋਲ ਹੋਈਆਂ, ਜਿਹਨੂੰ ਪੁਰਾਤਨ ਜਨਮ ਸਾਖੀ ਕਿਹਾ ਜਾਂਦੇ ਨੇ, ਉਹਨਾਂ 'ਚ ਬੜੀ ਸੁੰਦਰ ਗੱਲ ਹੈ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਦਰਜ ਕੀਤੀ ਹੈ ਕਿ ਜਲ ਦੇ ਰਾਹੀਂ ਕਰਤਾ ਪੁਰਖ ਜੀ ਦੇ ਗਾਣ ਨਾਨਕ ਜੀ ਨੂੰ ਕਰਤਾ ਦਰਗਾਹ 'ਚ ਲੈ ਗਏ ਤੇ ਦਰਗਾਹ 'ਚ ਜਾ ਕੇ ਗਣਾਂ ਨੇ ਜੋ ਸੇਵਕ ਹੁੰਦੇ ਨੇ ਉਹ ਰੂਹਾਨੀ ਮੰਡਲ ਦੇ, ਉਹਨਾਂ ਆਵਾਜ਼ ਦਿੱਤੀ ਜੀ ਨਾਨਕ ਹਾਜ਼ਰ ਹੈ। ਨਾਨਕ ਜੀ ਸਨਮੁਖ ਹੋ ਗਏ। ਅੱਜ ਉਹਦਾ ਆਪਾਂ ਜ਼ਿਕਰ ਕਰਦੇ ਹਾਂ। ਨਾਨਕ ਜੀ ਨੇ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਇਹ ਦੇਖਿਓ ਨੇ ਆਨੰਦ ਕੰਦ ਪਿਖਿਓ ਉਸ ਕਰਤਾ ਪੁਰਖ ਜੀ ਦੇ ਸਾਖਿਆਤ ਦਰਸ਼ਨ ਕੀਤੇ। ਸਾਡੇ ਗਿਆਨੀ ਕਹਿਣਗੇ ਦੇਖੋ ਜੋ ਤੇ ਨਿਰੰਕਾਰ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ। ਤਾਂ ਥੋੜ੍ਹੇ ਦਿਨ ਪਹਿਲਾਂ ਹੀ ਆਪਾਂ ਸਵੇਰੇ ਪੌੜੀ ਦੀ ਬਾਤ ਵਿਚਾਰ ਕਰ ਰਹੇ ਸਾਂ। ਕਦੇ ਸਮਾਂ ਲੱਗੇ ਆਪ ਜੀ ਦੇਖ ਸਕਦੇ ਹੋ। ਰਾਗ ਵਡਹੰਸ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਪਾਵਨ ਬਾਣੀ ਹੈ ਜਿੱਥੇ ਕਿਹਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਮੈਂ ਜਿਹਦੇ ਦਰਸ਼ਨ ਕੀਤੇ ਨੇ ਉਹਦਾ ਸਰੂਪ ਹੀ ਬੜਾ ਪਿਆਰਾ ਹੈ। ਸੋਹਣਾ ਨੱਕ ਹੈ, ਲੰਬੇ ਵਾਲ ਨੇ ਤੇ ਕੈਸਾ ਹੈ ਤਾਂ ਰੰਗ ਕਿਹੋ ਜਿਹਾ ਸਾਡੇ ਵਰਗਾ ਕਣਕ ਬਿਨਾਂ ਗੋਰਾ ਕਾਲਾ। ਕਹਿਣ ਲੱਗੇ ਸੋਏ ਨੇ ਢਾਲਾ ਜਿਵੇਂ ਢਲਿਆ ਹੋਇਆ ਪਿਘਲਿਆ ਹੋਇਆ ਸੋਨਾ। ਕਦੇ ਸੁਨਾਰ ਕਿਸੇ ਕੋ ਬੈਠਣ ਦਾ ਵਕਤ ਮਿਲੇ ਤੇ ਪਿਘਲਿਆ ਹੋਇਆ ਸੋਨਾ ਜੋ ਲਾਵੇ ਦੇ ਰੂਪ ਵਿੱਚ ਦੌੜਦਾ ਉਹਦਾ ਰੰਗ ਕਿਹੋ ਜਿਹਾ ਹੋਏਗਾ। ਕਹਿਣ ਲੱਗੇ ਸੋਏ ਨੇ ਢਾਲਾ ਉਹਦਾ ਜੋ ਰੂਪ ਹੈ ਉਹ ਸੁਨਹਿਰੀ ਹੈ। ਕਹਿੰਦੇ ਕਿ ਜਪੋ ਤੁਸੀਂ ਮੈਂ ਜੋ ਪਿਆਰੇ ਜਪਿਆ ਕਰ। ਕੀਤਾ ਕੀ ਕਰ ਬੰਦ ਕਹੀ ਅਦਬੰਦਨ ਤੇ ਨਮਸਕਾਰ ਕੀਤੀ। ਮੰਦ ਮ੍ਰਿਦੰਗ ਮੁਸਕਾਏ। ਤੇ ਕਰਤੇ ਦਾ ਰੂਪ ਕੀ ਹੈ? ਉਹਨਾਂ ਦੀ ਮੁਸਕਾਨ ਹਰ ਵਕਤ ਰਹਿੰਦੀ ਹੈ। ਤਾਈਓ ਤਾਂ ਉਹਨਾਂ ਦੀ ਮੁਸਕਾਨ ਦੇ ਸਦਕੇ ਉਹਨਾਂ ਦੇ ਰੂਪ ਦੇ ਵਿੱਚ ਇੱਕ ਦਰਸ਼ਨ ਗੁਰੂ ਨਾਨਕ ਜੀ ਨੇ ਹੋਰ ਬੜੀ ਕੀਮਤੀ ਤੁਕ ਜੜੀ ਹੈ ਦੰਤਰੀ ਸਾਦਾ। ਜਦੋਂ ਕੋਈ ਮੁਸਕਰਾਉਂਦਾ ਹੈ ਤਾਂ ਫਿਰ ਦੰਦਾਂ ਦੀ ਲਾਈਨ ਮੋਤੀਆਂ ਵਰਗੇ ਦੰਦ ਦਿਸਦੇ ਨੇ। ਮਹਾਰਾਜ ਕਹਿਣ ਲੱਗੇ ਸੋਹਣੇ ਨੱਕ ਜਿਨ ਲੰਬੜੇ ਵਾਲਾ। ਉਹਦੇ ਵਿੱਚ ਜ਼ਿਕਰ ਹੈ ਨਾ ਦੰਤਰੀ ਸਾਦਾ। ਬੜੇ ਦੰਤ ਰਸ ਭਰਪੂਰਨ ਦੰਤ ਨੇ ਜਿਵੇਂ ਮੋਤੀਆਂ ਦਾ ਪੰਕਤੀ ਹੁੰਦੀ, ਮੋਤੀਆਂ ਦੀ ਲਾਈਨ ਲੱਗੀ ਹੁੰਦੀ। ਮਹਾਰਾਜ ਜੀ ਨੇ ਮੁਸਕਰਾ ਰਹੇ ਨੇ ਤੇ ਕੀ ਕਿਉਂ ਨੇ? ਜੁਗੰਦਨ ਕੇ ਨਿਤ ਧਿਆਨ ਵਾਸੀ ਜੋਗੀਸ਼ਰ ਜਤੀ ਤਪੀ। ਜਿੰਨੇ ਵੀ ਪ੍ਰਭੂ ਦੇ ਪਿਆਰੇ ਨੇ ਕਰਤੇ ਦਾ ਹੀ ਸਰੂਪ ਤੇ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਭਾਵੇਂ ਅਸੀਂ ਗਿਆਨੀ ਹਾਂ ਤੇ ਭਾਵੇਂ ਅਗਿਆਨੀ। ਅਸੀਂ ਕਿਸੇ ਮੁਕਾਮ ਨੂੰ ਹਾਸਲ ਕੀਤਾ ਕਿ ਨਹੀਂ ਕੀਤਾ, ਪਰ ਆਪਾਂ ਇੱਕ ਗੱਲ ਕਹਿੰਦੇ ਹੋ ਜਾ ਜਦੋਂ ਵੀ ਕਿਤੇ ਆਪਾਂ ਜਦੋਂ ਸ਼੍ਰੀਮੁਖ ਵਾਕ ਲੈਣ ਲਈ ਤਾਬਿਆ ਬੈਠਦੇ ਹਾਂ, ਆਪ ਘਰਾਂ 'ਚ ਬੈਠਦੇ ਹੋਗੇ ਕਦੇ ਕਿਸੇ ਵੀ ਗ੍ਰੰਥੀ ਸਿੰਘ ਨੂੰ ਤਾਬਿਆ ਤੇ ਸ਼੍ਰੀਮੁਖ ਵਾਕ ਲੈਂਦਿਆਂ ਦੇਖੀਏ ਤਾਂ ਜੋ ਮੰਗਲ ਦੇ ਵਿੱਚ 2-4 ਤੁਕ ਜਾਂ ਸ਼ਲੋਕ ਪੜ੍ਹਦੇ ਨੇ ਉਹਦਾ ਇੱਕ ਭਾਵ ਹੁੰਦਾ ਮੈਨੂੰ ਦਰਸ਼ਨ ਚਾਹੀਦੇ। ਅਕਸਰ ਕਿਹਾ ਨਾ ਦਰਸ਼ਨ ਦੀ ਜੈ ਖੋਲ ਕਿਵਾੜ। ਜਦੋਂ ਕਿਵਾੜ ਖੋਲਣਗੇ ਦਰਸ਼ਨ ਤੇ ਕੁਝ ਛੋੜ ਕੇ ਨਾ ਤਾਂ ਦਰਸ਼ਨ ਕੈਸੇ ਹੋਣਗੇ? ਅਸਾਂ ਤੁਸਾਂ ਦਾ ਅਨੁਭਵ ਐਸਾ ਨਹੀਂ ਬਣ ਸਕਦਾ, ਪਰ ਮੰਗਦੇ ਹਾਂ ਮਹਾਰਾਜ ਮੈਨੂੰ ਦਰਸ਼ਨ ਦਿਓ। ਦਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਖ ਕਰੈ ਕੋ ਮੇਰੀ। ਦਰਸ਼ਨ ਦੀ ਜੈ ਖੋਲ ਕਿਵਾੜ। ਕੋਈ ਦਰਸ਼ਨ ਹੈ ਨਹੀਂ ਜੋ ਦੇਖੇ ਜਾ ਸਕਦੇ ਨੇ। ਗੱਲ ਵੱਖਰੀ ਕਿ ਉਹਨਾਂ ਨੂੰ ਦੇਖਣ ਵਾਸਤੇ ਸ਼ਾਇਦ ਆਹ ਪਲਕਾਂ ਬੰਦ ਕਰਨੀਆਂ ਪਈਆਂ। ਇਸੇ ਕਰਕੇ ਅਭਿਆਸੀਆਂ ਨੂੰ ਕਦੇ ਵੇਖਿਆ ਹੋਵੇ ਜਿਹੜੇ ਧਿਆਨੀ ਅਭਿਆਸੀ ਨੇ, ਹਾਲਾਂਕਿ ਉਹਦੇ ਸੰਗਤ ਦਰਸ਼ਨ ਸਾਨੂੰ ਘੱਟ ਹੁੰਦੇ ਨੇ। ਧਿਆਨੀ ਅਭਿਆਸੀ ਕਦੇ ਕੀਰਤਨ 'ਚ ਬੈਠੇ ਹੋਣ, ਸ਼ਬਦ ਦਰਸ਼ਨ ਦਾ ਚੱਲ ਰਿਹਾ, ਦਰਸ਼ਨ ਦੇਖ ਜੀਵਾ ਗੁਰ ਤੇਰੇ, ਮੰਨ ਲਓ ਸ਼ਬਦ ਹੀ ਚੱਲ ਰਹੇ
ਕੀਰਤਨ ਕੀਰਤਨੀ ਆਪਣੇ ਵਜਦ ਵਿੱਚ ਕਰ ਰਿਹਾ ਦਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਨ ਹੋਏ ਪ੍ਰਭ ਮੇਰਾ। ਤੇ ਕਿਸੇ ਧਿਆਨੀ ਅਭਿਆਸੀ ਨੂੰ ਦੇਖਣਾ, ਉਹਦੀ ਮੂਰਤ ਨੂੰ, ਉਹਦੇ ਸਰੂਪ ਨੂੰ, ਉਹਦੇ ਨੇਤਰ ਬੰਦ ਹੋ ਰਹੇ ਹੋ। ਮੰਗ ਦਰਸ਼ਨ ਦੀ ਕਰ ਰਿਹਾ ਹੋਏਗਾ, ਦੇਖਣ ਦੀ ਚਾਹਤ ਰੱਖ ਰਿਹਾ ਹੋਏਗਾ, ਉਹਦੇ ਪਲਕਾਂ ਬੰਦ ਹੋ ਰਹੀਆਂ। ਤੇ ਪੁੱਛੇ ਵੀ ਨੇਤਰ ਬੰਦ ਕਰਕੇ ਕੀ ਦੇਖੇਗਾ? ਸਾਨੂੰ ਕੁਛ ਨਹੀਂ ਦਿਸਦਾ ਨਾ, ਪਰ ਚੇਤਾ ਰੱਖਣਾ ਆਹ ਨੇਤਰ ਬੰਦ ਹੋਣਗੇ ਤਾਂ ਸੁਰਤ ਅਤੇ ਨੇਤਰ ਖੁੱਲ੍ਹਣ। ਇਸੇ ਕਾਰਨ ਲਗਭਗ ਸਾਰੇ ਅਭਿਆਸੀ ਅਭਿਆਸ ਬੈਠਦੇ ਨੇ। ਗੁਰ ਕਿਰਪਾ ਕਰਨ ਕਦੇ ਆਪ ਨੂੰ ਸਬਬ ਬਣੇ ਕੀਰਤਨ ਸੁਣਨ ਦਾ, ਰੁੱਧ ਬਣਦਾ ਨਾ, ਕਦੇ ਕਦੇ ਬਣੇ। ਜਦੋਂ ਧਿਆਨ ਟੇਕਿਆ ਹੋਵੇ, ਮਾਹੌਲ ਟੇਕਿਆ ਹੋਵੇ, ਆ ਕੇ ਬੈਠ ਜਾਓ ਕਿ ਕੋਸ਼ਿਸ਼ ਕਰੋ ਆਪਣੇ ਨੇਤਰ ਬੰਦ ਕਰ ਲਓ। ਕੌਣ ਆਇਆ ਤੇ ਕੌਣ ਗਿਆ, ਤੁਸਾਂ ਕੀ ਲੈਣਾ? ਅਸਾਂ ਕੀ ਲੈਣਾ ਜਦ ਕੀਰਤਨ ਸੁਣ ਬੈਠੇ ਹਾਂ? ਕਿਹਨੇ ਮੱਥਾ ਟੇਕਿਆ, ਕਿਹਨੇ, ਕੌਣ ਆਇਆ, ਪ੍ਰਬੰਧਕ ਆਇਆ, ਗ੍ਰੰਥੀ ਆਇਆ, ਸੇਵਾਦਾਰ ਆਇਆ, ਨਹੀਂ ਆਇਆ, ਕਿ ਸੁਣਨ ਵਾਲੇ ਨੇ ਕੀ ਲੈਣਾ? ਪਰ ਅਸੀਂ ਇਹਨਾਂ ਚੀਜ਼ਾਂ ਤੋਂ ਲੈਣਾ ਹੁੰਦਾ। ਅਸੀਂ ਤਾਂ ਸਾਰਾ ਧਿਆਨ ਹੀ ਇੱਥੇ ਰੱਖਦੇ ਹਾਂ। ਇਸੇ ਕਰਕੇ ਅਸੀਂ ਸਰੋਤ ਕਲਾ ਨੂੰ ਪੂਰਨ ਨਹੀਂ ਕਰ ਪਾਏ, ਕਿਉਂਕਿ ਅਸੀਂ ਆਲਾ ਦੁਆਲਾ ਦੇਖਦੇ ਤੇ ਪ੍ਰਭਾਵਿਤ ਹੁੰਦੇ ਹਾਂ। ਇਹ ਸਰੂਪ ਹੈ ਕਰਤੇ ਦਾ, ਜਿਹਨੂੰ ਕਹਿਣ ਲੱਗੇ ਜਦੋਂ ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਦੇ ਸੰਤੋ ਮਾਂ, ਉਹ ਫਿਰ ਨੇਤਰ ਹੀ ਹੋਰ ਬਣ ਜਾਂਦੇ, ਖੁੱਲ੍ਹਦੇ ਨੇ, ਸੁਰਤਦੇ ਨੇ। ਉੱਥੋਂ ਇੱਕ ਮਧੁਰ ਧੁਨ ਆਵਾਜ਼ ਗੂੰਜੀ, ਆਓ ਨਾਨਕ, ਨਾਨਕ ਆਓ। ਜਿਸ ਤੱਕ ਬਾਰੀਕ ਜਿਹਾ ਦਰਸ਼ਨ ਹੋਰ ਕਰਨਾ ਹੋਵੇ, ਜਿਸ ਨੂੰ ਤੁਸੀਂ ਕਿਸੇ ਤਰਕ ਦਲੀ ਨਾਲ ਕੱਟ ਨਹੀਂ ਪਾਵਾਂਗੇ। ਸ਼ਲੋਕ ਵਾਰਾਂ ਤੇ ਵਧੇਕ ਦਾ ਪਾਠ ਕਰਨਾ ਪਵੇ। ਸ਼ਲੋਕ ਵਾਰਾਂ ਤੇ ਵਧੇਕ ਮਹਲਾ ਪਹਿਲਾ। ਜਦੋਂ ਕਹਿੰਦਾ ਆਵੋ ਨਾਨਕ ਨਾਮ ਬਿਲਾਸੀ, ਤੁਸੀਂ ਤੇ ਨਾਮ ਦੇ ਰਸੀ ਹੋ ਨਾ। ਅੱਛਾ, ਦੁਨੀਆ ਦੇ ਦੇਖ ਕੇ ਆਏ ਹੋ, 35-36 ਸਾਲ ਦੀ ਦੁਨਿਆਵੀ ਉਮਰ ਹਟਾ ਲਈ ਤੇ ਕੀ ਵੇਖ ਲਿਆ? ਜਿਵੇਂ ਆਪਾਂ ਕਿਸੇ ਬੱਚੇ ਨੂੰ ਬਾਹਰ ਭੇਜੀਏ, ਬੇਟਾ ਬਾਹਰ ਜਾ ਕੇ ਆਵਾਜ਼ ਰੌਲਾ ਪੱਕਾ ਦਾ ਕਾਹਦੀਆਂ ਆਵਾਜ਼ਾਂ ਨੇ, ਤੇ ਉਹ ਬੱਚਾ ਥੋੜ੍ਹੀ ਦੇਰ ਬਾਅਦ ਨਾ ਆਵੇ, ਅਸੀਂ ਕਿਸੇ ਹੋਰ ਨੂੰ ਭੇਜ ਜਾਵੇ ਸਦਕੇ ਲਿਆ ਉਹਨੂੰ, ਆ ਕੇ ਜਾਂ ਸੁਨੇਹ ਨਹੀਂ ਦਿੱਤਾ ਉਹਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ ਆਪਣੇ ਉਸੇ ਘਰ 'ਚੋਂ ਮਹਾਰਾਜ ਨੇ, ਅਸੀਂ ਪੜ੍ਹਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਹੈ, ਉਸੇ ਘਰ 'ਚੋਂ ਭੇਜਿਆ। ਹੁਣ ਸਾਡੇ ਵਾਸਤੇ 35-36 ਸਾਲ ਦਾ ਬੜਾ ਸਮਾਂ ਲੱਗਦਾ ਹੈ, ਪਰ ਉਹਨਾਂ ਥਾਵਾਂ 'ਤੇ ਸਮੇਂ ਦੀ ਗੱਲ ਹੀ ਨਹੀਂ। ਉਹਨਾਂ ਕਿ ਸਮਾਂ ਹੋ ਗਿਆ, ਜਵਾਬ ਨਹੀਂ ਦਿੱਤਾ ਕਿ ਬਾਅਦ ਕੀ ਦੇਖ ਕੇ ਆ ਜੇ। ਭੇਜੇ ਵਰਨ ਨੂੰ ਭੇਜਿਆ ਜਾ ਕੇ ਸਦਕੇ ਲਿਆ, ਇਤਨਾ ਸਮਾਂ ਹੋ ਗਿਆ, ਜਵਾਬ ਹੀ ਨਹੀਂ ਦਿੱਤਾ ਆ ਕੇ। ਜਦੋਂ ਪੁੱਛਿਆ ਇਹਦਾ ਹਰ ਪੁੱਛਿਆ ਢਾਡੀ ਸਦਕੇ, ਉੱਥੇ ਪੁੱਛਿਆ ਨਾਨਕ, ਸ਼ਲੋਕ ਵਾਰਾਂ ਤੋਂ ਦੇਖ ਪੜ੍ਹਨਾ, ਨਾਨਕ ਦੁਨੀਆ ਕੈਸੀ ਹੋਈ? ਦੁਨੀਆ ਕਿੱਦਾਂ ਦੀ ਹੈ? ਇੰਨੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਦੁਨੀਆ ਨੂੰ, ਬਚਪਨ ਹੰਡਾਇਆ ਜੇ ਵਿੱਚ ਵਰਤੀ ਹੋ ਵਿਚਰੇ, ਨਾਨਕ ਦੁਨੀਆ ਕੈਸੀ ਹੋਈ? ਅੱਗੋਂ ਜਵਾਬ ਦੇਣ, ਸਾਲਕ ਮੇਰੇ ਨਾ ਰਹੇ ਹੋ। ਇਹ ਪ੍ਰਭੂ, ਅੱਜ ਤੁਸੀਂ ਦੁਨੀਆ ਬਣਾਈ ਸੀ ਨਾ, ਇਹ 'ਚ ਕੋਈ ਕਿਸੇ ਦਾ ਮਿੱਤਰ ਨਹੀਂ ਹੋ। ਸਾਲਕ ਮੇਤਨ ਨਾ ਰਹੇ ਹੋ ਕੋਈ। ਭਾਈ ਬੰਦੀ ਹੇਤ ਚੁਕਾਇਆ, ਉੱਥੇ ਤੇ ਭੈਣ ਭਰਾਵਾਂ ਦਾ ਪਿਆਰ ਵੀ ਟੁੱਟ ਗਿਆ ਹੈ। ਆਮ ਲੋਕਾਂ ਦੇ ਵਿੱਚ ਅੱਜ ਵੀ ਹਾਲਤ ਇਹੋ ਜਿਹੀ ਹੈ ਨਾ, ਕਹਿਣ ਨੂੰ ਸਕੇ ਭੈਣ ਭਰਾ, ਲੇਕਿਨ ਪਿਆਰ ਕਿੰਨਾ ਕੁ ਸਭ ਨੂੰ ਪਤਾ ਇੱਕ ਦੂਜੇ। ਕੋਈ ਭਾਗਾਂ ਵਾਲਾ ਪਰਿਵਾਰ ਹੀ ਹੋਵੇਗਾ ਜਿਹਨਾਂ ਦਾ ਬਚਪਨ ਵਾਲਾ ਪਿਆਰ ਵਡੇਰੀ ਉਮਰਾਂ ਤੱਕ ਨਿਭ ਜਾਏ, ਨਹੀਂ ਤੇ ਮੈਂ ਤੇ ਤੂੰ ਤੇ ਮੈਂ ਵਿੱਚ ਆ ਜਾਂਦਾ। ਮਹਾਰਾਜ ਕਹਿੰਦੇ ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੇ ਵਾਸਤੇ ਲੋਕਾਂ ਆਪਣਾ ਧਰਮ ਗਵਾ ਦਿੱਤਾ ਹੈ। ਜਿੱਦਾਂ ਕਿ ਜਾ ਕੇ ਸਾਡੇ ਨਾਲ ਗੱਲ ਕਰਦੇ ਬਾਬਾ ਜੀ ਨੇ ਕਹਿੰਦੇ ਧਰਮ ਪੰਖ ਕਰ ਬਰਿਆ, ਧਰਮ ਤੇ ਮਾਨੋ ਖੰਭ ਲੱਗ ਟੁੱਟ ਗਏ। ਕਹਿਣ ਲੱਗੇ ਪ੍ਰਭੂ ਜੀ, ਕਹਿਣ ਲੱਗੇ ਕਾਰਨ ਯਾਵ ਤਾਰ ਧਰਿਓ ਭਵ, ਭਾਈ ਜਿਸ ਕੰਮ ਲਈ ਤੁਸਾਂ ਨੇ ਮਾਤ ਲੋਕ ਤੇ ਅਵਤਾਰ ਧਰਿਆ, ਜਿਸ ਕੰਮ ਕਰਨ ਲਈ ਤੁਹਾਨੂੰ ਭੇਜਿਆ, ਦਾ ਸਮਾਂ ਆ ਗਿਆ, ਕਾਰਜ ਜਾਏ ਕਰੋ, ਹੁਣ ਉਹ ਕੰਮ ਕਰੋ। ਹੁਣ ਤੱਕ ਤੁਸੀਂ ਦੁਨੀਆ ਨੇੜੇ ਵੇਖਦੇ ਆਵਾਜ਼ ਨੂੰ ਕਹਿੰਦੇ, ਅੱਜ ਕਦੇ ਅਸੀਂ ਕਦੇ ਆਪਣੇ ਅੱਜ ਦੇ ਸੰਦਰਭਾਂ 'ਚ ਮਨੋ ਵਿਗਿਆਨਾਂ 'ਤੇ ਗੱਲਾਂ ਆਪਣੇ ਪੜ੍ਹੀ ਹੋਈਆਂ, ਕਿਸੇ ਕੰਮ ਨੂੰ ਕਿਤੇ ਭੇਜੀਏ ਤੇ ਸਿਆਣੇ ਵਿਅਕਤੀ ਜਾ ਕੇ ਕਿ ਯਕਦਮ ਕਾਰਵਾਈ ਪਾ ਦਿੰਦੇ ਨੇ। ਨਹੀਂ, ਜਿਹੜਾ ਯਕਦਮ ਕਾਰਵਾਈ ਪਾਉਂਦਾ ਨਾਦਾਨ ਹੁੰਦਾ ਹੈ। ਸਿਆਣਾ ਬੰਦਾ ਜਾਂਦਾ ਹੈ, ਮਾਹੌਲ ਨੂੰ ਅਬਜ਼ਰਵ ਕਰਦਾ, ਸਮਝਦਾ ਹੈ ਵਾਤਾਵਰਨ ਨੂੰ, ਆਲੇ ਦੁਆਲੇ ਦੇ ਲੋਕਾਂ ਨੂੰ, ਕਿੱਥੇ ਰਹਿਣਾ ਹੈ, ਕੀ ਮਾਹੌਲ ਹੈ, ਕਿੰਨਾਂ ਲੋਕਾਂ ਦੇ ਵਿੱਚ ਮੈਂ ਕੰਮ ਕਰਨਾ ਹੈ।
ਉਹਨਾਂ ਦੀ ਮਨੋਦਸ਼ਾ परिस्थितियां कैसियां ने, किन्हां परिस्थितियां ते हालातां दे विच मैनूं रह के काम करना पैना। तो सारा कुछ माहौल ऑब्जर्व करता है, फिर उहदे मुताबिक नीति बनाते हैं। पातशाह साहब जी ने 36 कुछ साल माहौल में ऑब्जर्व किया, देखिए परिवार झंडे ने, माता पिता भैन भरा धियां पुत्रां के संबंधां देखिए। ये नहीं कि पातशाह साहब जी कोई बालक ने, इस समय गुरु नानक पातशाह के घर में 2 बालक खेडते हैं, बाबा श्री चंद साहब जी ते बाबा लक्ष्मी दास। गुरु नानक पातशाह के विहड़े की रौनक ने, शिंगार ने गुरु नानक के करते। कहते क्या देखिया तुसीं, हुण वो समा आ गया जिस वास्ते तुसां ने अवतार करते, ते की करो, करो अब सो। हुण बहुता समा ना लाओ, तुसीं वो काम करो जिस काम लई तुसीं गए हो। ते नानक जी चुप की करना चाहिए जी मैनूं, क्योंकि हुण सामने प्रभु जी दे कोई जवाब खड़ा होगा। प्रभु जी का अगला वचन है, भाओ भले भगती प्रगटाओ। दुनिया के हुण तक ज्ञानियां ने अपने अपने तरीके के नाल बड़े धर्म के नाते तौर तरीके प्रगट किए ने, पर तुसां ने कोई इहो जिहा तौर तरीका प्रगट नहीं करना, तुसां नाम की कला नूं प्रगट करना। उत्थे असीं सुनिया जन्म साखी के पुराने साखीकारां के खासकर भाई साहब भाई मनी सिंह साहब जी वर्गी पवित्र शख्सियत ने जिक्र किया जो कि उन्होंने कहा कि भाई तुहाडा नाम, मेरा नाम पारब्रह्म परमेश्वर है, तेरा नाम गुर परमेश्वर, ते तुसां जाके जगत विच मेरा नाम जपो ते जपाओ। जो तू सो हाओ, जो हाओ सो तू, तुसीं ते मैं ते तुसीं एक ही हाँ। जिन्हों भगतां ने कहा कि तू ते मैं तो ही मोही, मोही तो ही अंतर कैसा। ये भगत उत्थे पहुँच के कहते हैं, ते प्रभु कहते हैं तेरे ते मेरे ते कोई फर्क नहीं है। शायद इसे करके असीं कहने कि साडे वास्ते ते गुरु नानक सब कुछ कहने लगे, जाओ भाओ भले भगती प्रगटावो, भार धरा पर भूर बिगो। आ धरती की पुकार सुन के तुहाडा भेजा गया है, तो तुसीं धरती का भार हौला करना है। ये धरती से भार इन्हां मकानां इमारतां का नहीं है। असीं सोचांगे जो कोई ने वड्डे वड्डे मकान बने ने, मकान सानूं दिसदा ना बने, धरती का भार नहीं वधिया ना घटिया, क्योंकि सारी धरती का ही अंश ते हैगा है। असीं कि देखो जी इत्थे इन्नी वड्डी 15-20 इमारत 40 मंजिला इमारत बन गई, लोकां बना ली है ना 40-50 मंजिली इमारतां सुन लगदियां, बड़ियां भारियां होनी। धरती भाई भार कित्थों आई, धरती की मिट्टी इकट्ठी कट गई, इत्थों चुक उत्थे थप दी तुसां ने। धरती का भार उन्ना ही है, जो मर्जी तुसीं रच दो, धरती का भार नहीं वधना घटना। उत्ते मिट्टी नूं ही तुसीं डिजाइन बदल रहे हो ना, इन्ना कर रहे हो कि कितों चुक लियाउंदे किते थप देंदे हो। समा आउंदा जदों कुदरत अपना साडी थोड़ी थपी थपाई मलिया मेट करके धर दिंदी है। आ हुण असीं देखिए होना ना, हड़ आए बड़े बड़े लोगों के तो मलिया मेट हो गए, तो कुदरत अपना काम करती रही। भार किहदा है, धरती ते भार। भाई गुरदास साहब ने जिक्र किया धरती ते भार किहदा है, वो पौड़ी पर समा लगे आपने पढ़ना भी धरती ते भार पर्वतों का, पहाड़ों का, नदियों के नाल नहीं, धरती ते भार अकृत कणकदा है। उन्होंने लोगों का भार है। आ कदे कदे कहने धरती का बोझ, हुण शरीर करके कोई बोझ थोड़ा है। जो निहायत माड़ी पद्धर का मनुष्य है वो धरती का बोझ है। अकृत कण धार्मिक शब्दावली दी गई है। दुनिया भर दियां हजारां बुराइयां किसी च गिराण की बजाय एक शब्द वरतो अकृत कण है। जे साडे घर बहुत सारी बुराइयां इकट्ठियां करके किसी को कहना हो कि मसंद है, बाद च कहने आपे महत्त है, ये दो शब्दों ने कदे बड़े सत्कार सन, अज बुरा कहने प्रगट हो गए। अकृत कण जो कीता ना जाता, जो करते दे कीते नहीं जाता, वह भार कहने लगे तुसीं लोगों को सिखाना है शुकराना करें। और शायद इसे करके जिन्हें धर्म दर्शनों का अध्ययन किया पता है, गुरु नानक पातशाह साहब जी ने करता दे कीते हर करतब का शुकराना करना सिखाया। अब पहलियां पौड़ी आपने पाठ किया होना, जो तुद भावै साई भली का, तू सदा सलामत निरंकार। जो तेन चंगा लगता कर रहे हैं वो भली कार है। महाराज का हुक्म होया भाई तुसीं धरती का भार मिटाओ, जात अपार निरय
नरकूर नहीं सुख मूर कुमूर अपाके। लोग अपने मत बद नीयतां करके, माड़े अपने आचरण करके, ये सकत घृणता करके नरकां दे भागी बन रहे, दुख भोग रहे हैं। पंथ त्याग कुपंथ पाए, धर्म दा मार्ग छड्ड के अधर्म के मार्ग से तुर गए। आप धर्म अपनी व्याख्यावां कर लिया कि मेरा धर्म ते तेरा धर्म। धर्म का मतलब सच है जो सानू तुहानू किसी नूं भी मशक्कत तो बाद चौथे पड़ाव से जाके प्राप्त होता है। असी सोचते हैं किसी जेड़े कपड़े पा ले तो धर्मी हो गए, नहीं। पहला प्राप्त होएगा सत, संतोख, दया। ये तीन पौड़ियां जो टपेगा उन्होंने धर्म प्राप्त होएगा। सत, संतोख, दया, धर्म, धीरज, ये 5 स्टैप ने, 5 गुण ने जो शुभ गुण करके इंसान दिते ने। उन्होंने तो धार्मिक गुण है। तो अज साडे जीवन के विचों धर्म नाम की चीज गुरु नानक जी कहते हैं, धर्म पंथ कर लिया। इसे करके गुरु नानक पातशाह साहब जी ने धर्म तक पहुँचण का राह बना दिता। असीं तुसीं इस व्याख्या में कई तो औखा जिहा लगता है क्योंकि साडी मानसिकता नैरो माइंडेड है, असीं इसनूं समझ नहीं पा रहे। गुरु नानक पातशाह साहब जी ने मारिया सिक्का जगत विच नानक निर्मल पंथ चलाया। कित्थे पहुँचना उस पंथ ते, उस मार्ग ते चल के आपां कित्थे जाना? धर्म दे पड़ाव ते। जिस धर्म नूं प्रचुर करने वास्ते, जिस धर्म नूं स्थापित करने तो दशमेश कहते मैनूं भी इसे कोने पंथ प्रचुर करने को साझा ते करना कि जाए तहां ते धर्म चलाए। तुसां धर्म चलावना। कह लगे पंथ त्याग कुपंथ परे सब लंपट दंभ आरंभत पाके। लोग लंपट हो गए। लंपट उन्होंने कहते जिन्होंने कोई लाज शर्म ना हो। वड्डियां छोटे की भैन भरा की किसी लाज शर्म नहीं, वो लंपट असी कहने हैं जिन्होंने खाण पीण हंडाण तो बाद फुरसत ही कोई। दंभ अहंकार है, तो जो अहंकार के विच अपने आप को फसे हुए ने। ते आरंभत, आरंभत कहते जमदे ही पुठे राह ते तुर पए। की करे फिर? नाम है कि सिद्धि प्रकाश हो। इस जगत में तुसां जाके कोई होर काम नहीं भी इदां दी पूजा कराया करो। पूजा पाठ का विधान नहीं। इसे करके गुरु नानक साहब के घर किसी विशेष पूजा पाठ का विधान नहीं है, नाम का विधान है, प्रभु की उस्तत का विधान, कीर्तन का विधान है। नाम की सिफत, नामे की सिफती प्रकाश हो। तुसीं जाओ तो मतलब ते नाम की सिफत, नाम का प्रचार करो। आप जपो तो बाकी नाम जपाओ। नाश पखंड करो। तो लोगों के हिरदियां दे विच जो पाखंड का राज हो गया, दिखावा जो टुकड़िया ना करते नहीं कर। पाखंड का मतलब होता है पाखंड एक टुकड़ा, ना इधर का पता ना इधर का पता, विचों कोई कर्म करी जाना। असी बहुत सारे लोग धर्म के नाते कहते लोग शब्द में धर्म के नाते पाखंड करते हैं। तो मतलब की होता है कि इन्हों पूरे सिलसिले का पता नहीं, पूरे का मतलब की है, सिलसिला की है, कार्य क्यों है, क्यों किया जाता नहीं। बस इन्हों को पता है कि आना है, धुप तका के चले गए, इन्हों को पता दीवा जगाना चले गए। एक टुकड़ा ही करते हैं, खंड करते हैं। बाद में तक पाखंडदार हो गया दिखावा करना। बल्कि पहला से एक टुकड़ा, जो किसी कर्म का केवल एक पार्ट अदा करना, बाकी नहीं पूछना। जो असी कदे कदे पुछता मान लो साढ़े को जपजी साहब जी की पौड़ियाँ ने, असी जपजी साहब की सारा नहीं पढ़ते तो की करिए, विचों कोई पौड़ी पढ़ ली, ठीक है, जो मर्जी पढ़े, पर पौड़ी कोई एक पढ़ी तो एक नहीं आप कह सकते कि आप जपजी साहब का पाठ जत नहीं कह सकते ना। जानते कहो कि हाँ भाई मैं आज जपजी साहब जी की आज एक पौड़ी का पाठ किया। तो जे असी एक पौड़ी में पढ़ के पूरा जपजी साहब कह दिए तो खंड है, एक टुकड़ा है। तो अगर वो वेखो वेखी हो जाए, बिना सोचिया बिना समझिया की किया की नहीं किया, न मंत्र का पता, न अर्थ का पता, उच्चारण का पता, वो पाखंड हो जाता है। पर प्रभु जी पाखंड तो दूर करो, लोगों को समझाओ कि काम ना करो। जिमें गुरु नानक ने बात किया ना, लोग चढ़ते में पानी दे से गुरु नानक ने मांग ना किया ना, भाई ये पाखंड है। तो उन्हें किस्सा पता है पानी देना पितरों में चला जाएगा कि तुम उस लैवल पर पहुँची हो कि थोड़ी सोच मत बहुत समर्था इतनी है
कि तुसीं इत्थों बुੱਕ भर के पानी सुट्टो तो तुहाडे पितर तक पहुँच जाए। नहीं पता ना तुसीं पाखंड क्यों कर दिया। निक्का जिहा टुकड़ा कि चुगली भर के सुट दिता, अगे जी रब तक पहुँच गया। ये पाखंड है। असलीयत नूं समझो। पाखंड नाश पाखंड करो जे लागे। जदों करता पुरख का हुक्म वरतिया प्रभु जी ने फिर उस नाम की महिमा करता पुरख के प्यार जो उत्थे शब्द उच्चारण किया उस तत्व में करता पुरख दे वो आप जी ने कई बार पाठ किया। हम शिराग है एक बार का पाठ दर्शन करते हैं। शिराग महला पहला कोट कोटि मेरिया रजा पवन पियन अप्याओ चंद सूरज दुई गुफै न देखा सुपना सौन न थाओ भी तेरी कीमत ना पवै हाओ केवल आखा नाओ साचा निरंकार निज थाए सुन सुन आखण आखणा जे भावै करे तमार रहाओ कुसा कटिया वार वार पीसन पीसा पाए अगी सेती जालिया भस्म सेती रह जाओ भी तेरी कीमत ना पवै आओ की वड्या खानाओ पंखी हुई कहते भवा सह असमानी जाओ नदरी किसे न आवो ना किछ पिया न खा भी तेरी कीमत ना पवै हाओ की वड्या खाना नानक कागद लक्ष्मण पढ़ पढ़ कीचे भाव मसू टोट न आवई लेखन पाउन चला भी तेरी कीमत ना पवै हाओ की वड्या खाना। ये बचन करता पुरख के सन्मुख कई दिन उच्चारण होया बाद सानू दर्द होया बाद विच पर कहते हैं सियाने अज तक जिन्हें वडेरे ने अभ्यासी गुरमत जी सिमरन भजन वाले ने वो मानते हैं कि इस बचन की जो मूल उच्चारण है उस सचखंड दरबार विखे गुरु नानक पातशाह साहब जी ने करते के सन्मुखता से ये शब्द उच्चारण किए। करते ने खुशी की थी हम खुशी करके कुछ दोगे ना करते ने खुशी करके कदे कदे जो ज्ञानी लोग बहस कर बैठते हैं कि गुरु नानक साहब का गुरु कौन है क्योंकि गुरु का जो गुरमंत्र दे सानू गुरु नानक पातशाह का गुरमंत्र मिले ना असी वाहिगुरु वाहिगुरु जपते हैं सानू कोई तो गुरु साढ़े गुरु ने गुरमंत्र दिता है सारे कहते थे गुरु नानक का गुरु कौन है गुरु नानक को गुरमंत्र किने दिता तो दसते ने प्यारे कि जो करता पर खुशी के घर आए तो गुरु नानक जी को गुरमंत्र मिलया तो गुरु नानक ने पार ब्रह्म विकसे सुनत मंत्र दीन गुर होए पार ब्रह्म जी ने गुरु रूप होके नानक जी ने मंत्र दिता शिर नानक धारण करियो वर्ण सुनावा सो ते गुरु नानक पातशाह साहब जी ने वो गुरमंत्र सानू दिता। उस गुरमंत्र असीं पढ़ते आए ओंकार सतनाम करता पुरख निर्भाओ निर्वैर अकाल मूर्त अजूनी सैभं गुर प्रसाद। साढ़े वडेरे इसको मूल मंत्र कहते क्या रखना सानू की मिलता है जो साढ़े गुरु देते गुरु नूं की मिले सानू नहीं पता ना जिवें कदे समझना होवे। कबीर साहब जी नूं कबीर साहब के गुरु ने जो पहली शो मिली सी की किया सी राम के राम को कबीर साहब जी की पहली शो जो उन्होंने गुरु के चरण शो प्राप्त हुई तो विध विधान लभियां साथ की जब पढ़ते सुनते हैं कि उन जाति प्रथा के करके आश्रम प्रवेश नहीं सी मिलता तो उन्होंने पौड़ियां ते लेट गए जिन्होंने पौड़ियां तो गुरुदेव रामानंद जी लंघते सन। अमृत वेले मूँह हनेरे लोड़ लगी नहीं सी पूरी तरह पैर चरण छो गए तो कहते कबीर साहब ने चरण पकड़ मत्था टेकता उन्हें वेख्या कोई भला है तो उन्हें सुते से ही बिना चेहरा पछाण के कौन है कहने लगे राम के राम को ये राम के बन गए राम कह लग पे राम राम जपन लग पे आपको पता है बाद समा पा के जो कबीर जी आप गुरता के रूप
ਸਿੱਥਰ ਹੋਏ। ਉਹਨਾਂ ਦੇ ਅਗਾਂਹ ਸਿੱਖੀ ਸੇਵਕੀ ਤਿਆਰ ਹੋਈ ਕਿ ਕਬੀਰ ਸਾਹਿਬ ਜੀ ਆਪ ਆਪਣੇ ਸਿੱਖਾਂ ਨੂੰ ਰਾਮ ਗੁਰਮੰਤਰ ਨਹੀਂ ਸੀ ਦਿੰਦੇ। ਹਾਲਾਂਕਿ ਕਬੀਰ ਬਾਣੀ ਵਿੱਚ ਬਹੁਤ ਵਾਰ ਰਾਮ 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 ਦਾ ਜ਼ਿਕਰ ਹੈ, ਪਰ ਕਬੀਰ ਸਾਹਿਬ ਆਪ ਆਪਣੇ ਸਿੱਖਾਂ ਨੂੰ ਰਾਮ ਗੁਰਮੰਤਰ ਨਹੀਂ ਸੀ ਦਿੰਦੇ, ਆਪਣੇ ਸਿੱਖਾਂ ਨੂੰ ਸਤਨਾਮ ਗੁਰਮੰਤਰ ਦਿੰਦੇ। ਕਬੀਰ ਪੰਥੀ ਅੱਜ ਵੀ ਸਤਨਾਮ ਜਪਦੇ, ਪਰ ਉਹਨਾਂ ਨੂੰ ਸਤਨਾਮੀ ਕਿਹਾ ਜਾਂਦਾ ਹੈ। ਉਹਨਾਂ ਦੇ ਜੇ ਦੋ ਨਾਮ ਉਹਨਾਂ ਦੇ ਪੰਥ ਚੱਲਦੇ ਨੇ, ਕਬੀਰ ਪੰਥੀ ਜਾਂ ਸਤਨਾਮੀ ਹੈ। ਸਤਨਾਮ ਦਾ ਇਸੇ ਕਰਕੇ ਉਹ ਗੁਰਮੰਤਰ ਸਤਨਾਮ ਦਿੱਤਾ। ਆਪ ਨੂੰ ਕੀ ਮਿਲਿਆ ਹੈ ਉਸ ਨੂੰ ਤੁਸੀਂ ਕਨਵਰਟ ਕਰਕੇ ਬਦਲ ਕੇ ਆਪਣੇ ਭਾਵਾਂ 'ਚ ਕਿਵੇਂ ਆਪਣੇ ਸਿੱਖ ਨੂੰ ਦੇਣਾ ਹੈ, ਅਗਲੀ ਬਾਤ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਇਹ ਮੂਲ ਮੰਤਰ ਦੇ ਸਾਨੂੰ ਕਹੀ ਲਿਆ। ਇਸੇ ਕਰਕੇ ਤਾਂ ਮੂਲ ਮੰਤਰ ਹੈ। ਮੂਲ ਦਾ ਮਤਲਬ ਮੁੱਢ। ਸਾਡੀ ਜਿਤਨੀ ਅਧਿਆਤਮਕ ਵਿਸਤਾਰ ਹੈ ਦਾ ਮੁੱਢ ਇਹ ਸ਼ਲੋਕ ਹੈ। ਹਾਲਾਂਕਿ ਸ਼ਲੋਕ ਵੀ ਨਹੀਂ ਗਾ, ਮੰਤਰ ਹੀ ਹੈ। ਸ਼ਲੋਕ ਤੇ ਤੋਂ ਅੱਗੇ ਬਾਅਦ ਨੰਬਰ 1 ਤੇ ਸ਼ਲੋਕ ਵਿੱਚ ਮਾਤਰਾਵਾਂ ਦਾ ਬੰਧਨ ਹੁੰਦਾ ਹੈ, ਇਹ 'ਚ ਕੋਈ ਮਾਤਰਾ ਦਾ ਬੰਧਨ ਨਹੀਂ ਗਾ। ਇਹ ਸਾਡੇ ਸਾਰੇ ਅਧਿਆਤਮਕ ਜੋ ਵਿਸਤਾਰ ਦਾ ਮੂਲ ਹੈ, ਇਸੇ ਕਰਕੇ ਵਡੇਰੇ ਨੇ ਇਹਦਾ ਨਾਮ ਮੂਲ ਮੰਤਰ ਰੱਖਿਆ ਹੈ। ਹਾਂ, ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਦੋਂ ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਦਾ ਵੱਡਪਣ ਮਹੱਤਵ ਹੋਇਆ, ਸਿੱਖ ਆ ਕੇ ਚਰਨੀ ਲੱਗਣ ਲੱਗ ਪਏ, ਬਤੌਰ ਗੁਰੂ ਤੇ ਸਿੱਖ ਦੇ ਸੰਬੰਧ ਸਥਾਪਿਤ ਹੋਣ ਲੱਗ ਪਏ। ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਧੋ ਕੇ ਬਾਕਾਇਦਾ ਪਿਲਾਇਆ ਜਾਣ ਲੱਗ ਪਿਆ, ਚਰਨਾਮ੍ਰਿਤ ਤੇ ਗੁਰਸਿੱਖਾਂ ਪੀ ਲਾਇਆ। ਜਦੋਂ ਬਾਕਾਇਦਾ ਕਿਸੇ ਨੇ ਆਉਣਾ, ਉਹਨੇ ਕਹਿਣਾ ਜੀ ਮੈਨੂੰ ਆਪਣਾ ਸਿੱਖ ਬਣਾਓ, ਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਚਰਨਾਂ ਨੂੰ ਜਲ ਛੁਆ ਉਹ ਸਿੱਖਾਂ ਨੂੰ ਚੂੜੀ ਚੂੜੀ ਮਿਲਣਾ, ਉਦੋਂ ਸਿੱਖ ਨੂੰ ਗੁਰਮੰਤਰ ਮਿਲਣਾ। ਜਿਵੇਂ ਅੱਜ ਪੰਚਾਂ ਕੋ ਪੇਸ਼ ਹੁੰਦੇ ਹੋ ਤੇ ਪੰਜ ਫਿਰ ਉਦੋਂ ਗੁਰਮੰਤਰ ਦਿੰਦੇ ਨੇ, ਉਦੋਂ ਗੁਰਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਨਾ। ਭਾਈ ਤੁਸੀਂ ਵਾਹਿਗੁਰੂ ਪੁੱਛਣਾ ਨਾ ਕੀ ਜਪੀ। ਅੱਜ ਵੀ ਕਦੇ ਕਦੇ ਗਾਹੇ ਬਗਾਹੇ ਆਪਾਂ ਇੱਕ ਦੂਜੇ ਤੋਂ ਪੁੱਛਣ ਲੱਗ ਪੈਂਦੇ ਹਾਂ ਕਿ ਤੁਸੀਂ ਕੀ ਜਪਦੇ ਹੋ, ਅਸੀਂ ਕੀ ਜਾਪ ਕਰਿਆ ਕਰੀਏ। ਭਾਈ ਸਾਨੂੰ ਦੱਸਣ ਪੁੱਛਣ ਦੀ ਕੀ ਲੋੜ ਹੈ ਇੱਕ ਦੂਜੇ ਨੂੰ। ਸਾਡੇ ਕੋਲ ਗੁਰਮੰਤਰ ਡੰਕੇ ਦੀ ਚੋਟ ਤੇ ਬਾਬੇ ਨੇ ਦਿੱਤਾ ਹੋਇਆ। ਜਦੋਂ ਚਿੱਤ ਕਰੇ ਗੁਰਮੰਤਰ ਜਪ। ਗੁਰਮੰਤਰ ਉਦੋਂ ਗੁਰਸਿੱਖਾਂ ਨੂੰ ਫਰਕ ਹੀ ਰੱਖਿਆ। ਦੁਨੀਆ ਦੇ ਗੁਰਮੰਤਰ ਆਪਣੇ ਸਿੱਖ ਤੇ ਕੰਨ 'ਚ ਦਿੰਦੇ ਸਨ, ਦੂਜਾ ਨਾ ਸੁਣਦਾ ਹੈ, ਤੇ ਨਾਲ ਤੇ ਸ਼ਰਤ ਲਾ ਦਿੰਦੇ ਸਨ ਕਿ ਤੈਨੂੰ ਜੋ ਸੁਣਾਈ ਦਿੱਤਾ ਤੂੰ ਦੂਜੇ ਨੂੰ ਦੱਸੀ। ਅਗਰ ਤੂੰ ਬੋਲ ਦਿੱਤਾ, ਕੰਨ ਤੋਂ ਸੁਣਿਆ ਹੋਇਆ ਮੰਤਰ ਅਗਰ ਤੇਰੇ ਮੁਖ ਤੋਂ ਬਾਹਰ ਆ ਗਿਆ ਤੇ ਮੰਤਰ ਦੀ ਕਲਾ ਖਤਮ ਹੋ ਜਾਏਗੀ। ਗੁਰੂ ਦਾ ਵਿਧਾਨ ਸੀ ਕਿ ਤੇਰੇ ਕੰਨ 'ਚ ਅਸੀਂ ਮੰਤਰ ਪਾ ਦਿੱਤਾ ਹੈ, ਇਹ ਕੰਨ 'ਚ ਪਾਇਆ ਹੋਇਆ ਮੰਤਰ ਤੇਰੇ ਹਿਰਦੇ 'ਚ ਜਾਣਾ ਚਾਹੀਦਾ, ਰਸਨਾ ਤੋਂ ਬਾਹਰ ਨਹੀਂ ਆਉਣਾ ਚਾਹੀਦਾ। ਪਰ ਸਾਨੂੰ ਬਖਸ਼ਿਸ਼ ਮਿਲੀ ਕਿ ਤੁਸੀਂ ਗੁਰ ਕਾ ਮੰਤਰ ਸੁਣੋ ਤੇ ਸੁਣਾਓ, ਜਪੋ ਤੇ ਜਪਾਓ। ਇਹ ਕਿਧਰੇ ਨਹੀਂ ਜੇ ਜਾਂਦਾ, ਇਹ ਕਿਧਰੇ ਨਹੀਂ ਜੇ ਨਾਸ਼ ਹੁੰਦਾ, ਇਹ ਕਿਧਰੇ ਨਹੀਂ ਜੇ ਮੁੱਕਦਾ। ਅੰਮ੍ਰਿਤ ਕਦੇ ਖੰਡਿਤ ਨਹੀਂ ਜੇ ਹੁੰਦਾ। ਇਹ ਸਾਡੇ ਜਿਹੜੇ ਬਣਤਰਾਂ ਨੇ ਬਣਾਏ ਕਿ ਅੰਮ੍ਰਿਤ ਖੰਡ, ਉਹ ਮਨੁੱਖ ਗਲਤੀ ਕਰਦਾ ਹੈ ਨਾ। ਕਿਸੇ ਮਨੁੱਖ ਤੋਂ ਕੋਈ ਭੁੱਲ ਹੋ ਸਕਦੀ ਹੈ, ਗਲਤੀ ਹੋ ਸਕਦੀ ਹੈ। ਮਨੁੱਖ ਭੁੱਲਣਹਾਰ ਹੈ, ਅੰਮ੍ਰਿਤ ਨਹੀਂ ਜੇ ਖੰਡ, ਉਹ ਹੈ ਹੀ ਅਖੰਡ। ਕਹਿਣ ਲੱਗੇ ਗੁਰਪ੍ਰਸਾਦ ਮੰਤਰ ਮਿਲਿਆ, ਬਹੁਰੋ ਤੁਨ ਧੂਰ ਗੰਭੀਰ ਭਾਨੈ, ਤਜੀਏ ਕ੍ਰਿਤ ਕੋ ਵਿਦਤਾ ਹੋ ਜਾਏ। ਫਿਰ ਹੁਕਮ ਹੋਇਆ ਭਈ ਹੁਣ ਤੁਸੀਂ ਆਪਣੇ ਘਰ ਪਰਿਵਾਰ ਦੇ ਜੋ ਕਿਰਤਾਂ ਤੇ ਕਰਦ ਜ਼ਿੰਮੇਦਾਰੀਆਂ ਉਹ ਵੰਡ ਦਿਓ। ਉਹ ਤੇ ਖਾਸ ਕਰਕੇ ਜੋ ਤੁਸੀਂ ਆਪਣੇ ਹੱਟੀ ਦੀ ਕਿਰਤ ਕਰਦੇ ਛੱਡ ਦਿਓ। ਪਦ ਬੰਧਨ ਕੋ ਕਰ ਫੇਰ ਮੋਰੇ, ਦੁੱਖ ਦੁੰਦ ਮਿਟੈ ਜਿਹ ਕੇ ਦਰਸਾਇ। ਉਹ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਮਾਤਰ ਦੇ ਨਾਲ ਹੀ ਜੀਆਂ ਦੇ ਦੁੱਖ ਮਿਟ ਜਾਂਦੇ। ਨਮਸਕਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਫਿਰ ਵਾਪਸ ਆਏ। ਜਹ ਤੇ ਸੁਗਏ ਤੇ ਠੌਰ ਆਏ, ਸੁਖ ਦਾਸ ਦਏ ਜਿਹ ਨਾਮ ਜਪਾਈ। ਜਿੱਥੋਂ ਦਰਿਆ 'ਚ ਪ੍ਰਵੇਸ਼ ਕੀਤਾ ਸੀ ਉੱਥੋਂ ਦਰਿਆ 'ਚ ਬਾਹਰ ਆ ਗਏ। ਤੇ ਭਾਗਾਂ ਵਾਲਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਸੇਵਕ। ਗੁਰ ਕਿੰਕਰ ਲੇਕਰ ਚੀਰ ਬਰਨ, ਥਿਰ ਤੀਰ ਰਹੀ ਨਿਤ ਹੋਏ ਆਈ। ਉਸ ਦਾ ਨਾਮ ਤੇ ਸਾਡੇ ਸਾਖੀਕਾਰਾਂ ਨੇ ਦਿੱਤਾ, ਪਰ ਬੜਾ ਭਾਗਾਸ਼ਾਲੀ ਭਾਗਾਂ ਵਾਲਾ ਸੇਵਕ ਸੀ ਜੋ ਬਿਨਾਂ ਨਾਗਾ ਦਰਿਆ ਦੇ ਕਿਨਾਰੇ ਵਸਤਰ ਨਵੇਂ ਲੈ ਕੇ ਪਹੁੰਚ ਜਾਂਦਾ ਸੀ। ਇਹਦੇ ਪਿੱਛੇ ਸੰਬੇਵੇ ਨਾਨਕੀ ਕਿ ਤੂੰ ਇਹ ਨਹੀਂ ਕਹਿਣਾ ਕਿ ਡੁੱਬ ਗਏ, ਤੂੰ ਇਸ਼ਨਾਨ ਕਰਨ ਗਏ ਨੇ, ਤੂੰ ਤੇ ਆਪਣੀ ਸੇਵਾ ਕਰਨਾ।
ਉੱਤੇ ਵਸਤਰ ਲੈ ਕੇ ਖੜਦਾ, ਵਸਤਰ ਲੈ ਕੇ ਖੜ, ਤੇਰੇ ਤੋਂ ਆ ਕੇ ਵਸਤਰ ਲੈਣਗੇ। ਅੱਜ ਤੀਜੇ ਦਿਨ ਵੀ ਉਹ ਸੇਵਕ ਉਸੇ ਥਾਂ ਤੇ ਜਿਵੇਂ ਰੋਜ਼ ਉਡੀਕ ਕਰਨ, ਪਹਿਲਾਂ ਉਡੀਕਾਂ ਕਰਦਾ ਸੀ, ਅੱਜ ਵੀ ਤਾਂ ਉਡੀਕ ਕਰਦਾ ਪਿਆ, ਵਸਤਰ ਲਏ ਨੇ, ਕੋਲ ਬੈਠਾ ਹੈ। ਗੁਰੂ ਨਾਨਕ ਆ ਕੇ ਨੇ ਦਰਸ਼ਨ ਹੋਏ। ਉੱਥੋਂ ਅਸੀਂ ਅੱਜ ਕੱਲ੍ਹ ਕਰਕੇ ਚੱਲਾਂਗੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਆਪਣੇ ਸੇਵਕ ਤੋਂ ਵਸਤਰ ਲੈਂਦੇ ਨੇ, ਪਹਿਨਦੇ ਨੇ, ਤੇ ਫਿਰ ਅਗਲੇ ਕੀ ਕੁਝ ਕੌਤਕ ਜੋ ਰਚਦੇ ਨੇ, ਬਹੁਤ ਗੰਭੀਰ ਨੇ, ਵੱਡੇ ਨੇ। ਔਰ ਸੁਲਤਾਨਪੁਰ ਦੀਆਂ ਗਾਥਾਵਾਂ ਦੇ ਸਾਥੀਆਂ ਦਰਸ਼ਨ ਹੌਲੀ ਹੌਲੀ ਗੁਰੂ ਬਾਬੇ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਲੱਗੇ। ਪੁਰ ਚੁੱਕ ਦੇਖੇਵਾ ਆਸੀਸ ਅਤੇ ਪਿਆਰ ਨੂੰ ਫਤਿਹ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ